मैं रानी नगिंदर। पेशे खिदमत है मेरी लिखी कहानी करफ्यू जारी है। ਇਹ ਹੈ ਦਜ਼ਲਾ ਫਰਾਦ ਦੀ ਘਾਟੀ, ਗਾਜ਼ੀਆਂ ਤੇ ਪੈਗੰਬਰਾਂ ਦਾ ਮੁਲਕ, ਦੁਨੀਆ ਦੀ ਸਭ ਤੋਂ ਪੁਰਾਣੀ ਤਹਿਜ਼ੀਬ ਦਾ ਕੇਂਦਰ, ਜਿੱਥੇ ਪਹਿਲੇ ਇਨਸਾਨ ਪੈਦਾ ਹੋਇਆ, ਫਿਰ ਮਜ਼ਹਬ, ਅਤੇ ਜਿੱਥੇ ਈਮਾਨ ਹੀ ਇਨਸਾਨ ਦੇ ਅਸਤਿਤਵ ਦੀ ਕੁੰਜੀ ਰਿਹਾ। ਇਹ ਹੀ 21ਵੀਂ ਸਦੀ ਹੈ, ਸਾਲ 2003, ਤੇ ਇਹ ਹੈ ਦਜ਼ਲਾ ਫਰਾਦ ਦੀ ਘਾਟੀ। ਕਿਧਰੋਂ ਕੰਬਦਾ, ਹਫਦਾ, ਲੜਖੜਾਂਦਾ, ਪਰੇਸ਼ਾਨ, ਥੱਕਿਆ ਵਕਤ ਆਇਆ ਅਤੇ ਘਾਟੀ ਦੀ ਸਭ ਤੋਂ ਪੁਰਾਣੀ ਤੇ ਅਜ਼ੀਮ ਮਸਜਿਦ ਦੀਆਂ ਪੌੜੀਆਂ ਦਾ ਸਹਾਰਾ ਲੈ ਕੇ ਗੋਡਿਆਂ 'ਤੇ ਬੈਠਦਾ ਇਉਂ ਬੋਲਿਆ, ਮੈਂ ਵਕਤ ਹਾਂ, ਪਰ ਬਦ ਵਕਤ ਦੇ ਹੱਥੋਂ ਸਿਰ ਤੋਂ ਪੈਰਾਂ ਤੀਕ ਲੁਹਾਨ ਹਾਂ। ਇਹ ਸਦੀ ਮੇਰੀ ਨਹੀਂ, ਬਦਵਕਤੀ ਹੈ। ਦੁਨੀਆ ਦਾ ਇਹ ਖਿੱਤਾ ਇਸ ਵੇਲੇ ਵਕਤ ਦੀ ਲਚਕਦੀ ਕਮਾਨ ਥੱਲੇ ਹੈ। ਜਦੋਂ ਤੋਂ ਇੱਥੋਂ ਦਾ ਲਹੂ ਬਦਗੁਮਾਨ ਹੋਇਆ ਏ, ਘਾਟੀ ਦੇ ਸਿਰ 'ਤੇ ਬਗਾਵਤ ਦਾ ਸ਼ਮਿਆਨਾ ਤਨਿਆ ਏ ਅਤੇ ਸਿਆਸਤ ਵੀ ਆਪਣੀ ਕਰਨੀ ਦੇ ਮਲਬੇ ਥੱਲੇ ਦੱਬੀ ਏ, ਤਦ ਤੋਂ ਇਹ ਤਹਿਜ਼ੀਬ ਆਪਣੀਆਂ ਜਾਗਦੀਆਂ ਅੱਖਾਂ ਦਾ ਖ਼ਾਬ ਹਾਰ ਗਈ ਏ। ਇੱਥੇ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਹੁਣ ਘਾਟੀ ਦੀ ਰੂਹ ਮਕਤਲ 'ਚ ਏ ਅਤੇ ਤਹਿਜ਼ੀਬ ਬਰਬਾਦ ਹੋਣ 'ਤੇ। ਸਾਗਰ ਪਾਰ ਦਾ ਇੱਕ ਤਲਿਸਮੀ ਜਾਦੂਗਰ ਡੁਗਡੁਗੀ ਵਜਾਉਂਦਾ ਆਪਣੇ ਲਾਮ ਲਸ਼ਕਰ ਸਮੇਤ ਇੱਥੇ ਪਹੁੰਚ ਚੁੱਕਿਆ ਏ। ਆਪਣੀ ਡਫਲੀ, ਆਪਣਾ ਰਾਗ ਅਲਾਪਦਾ, ਆਪਣੇ ਦਾਵ ਪੇਚ ਚਲਾ ਕੇ ਉਹ ਹੁਣ ਹਰ ਹਾਜ਼ਰ ਨਾਜ਼ਰ ਨੂੰ ਜਮੂਰਾ ਬਣਾ ਕੇ ਪੇਸ਼ ਕਰੇਗਾ। ਉਹ ਐਸਾ ਦਾਨਵ ਏ ਜੋ ਖੰਡਿਤ ਤਹਿਜ਼ੀਬਾਂ ਦੇ ਸ਼ਮਸ਼ਾਨਾਂ 'ਤੇ ਰਾਸ ਰਚਾਉਂਦਾ, ਉਤਸਵ ਮਨਾਉਂਦਾ, ਖੇਤਾਂ ਵਿੱਚ ਨਫ਼ਰਤ ਦੀ ਖਾਦ ਪਾਉਂਦਾ, ਨੁਕੀਲੇ ਹੱਲਾਂ ਨਾਲ ਧਰਤੀ ਨੂੰ ਜੋਤ ਕੇ ਬੰਦੂਕਾਂ ਤੇ ਬਾਰੂਦ ਉਗਾਉਂਦਾ ਹੈ, ਖੁਦ ਅਗਨੀ ਤਾਂਡਵ ਕਰਦਾ, ਤੇਲ ਪੀਂਦਾ ਅਤੇ ਉਸ ਦੀਆਂ ਬਾਜ਼ਾਰਵਾਦੀ ਜੋਕਾਂ ਆਦਮੀ ਦਾ ਖੂਨ ਚੂਸਦੀਆਂ ਨੇ। ਜਿਨ੍ਹਾਂ ਲੋਕਾਂ ਨੂੰ ਪੀਣ ਦਾ ਪਾਣੀ ਮੁਯੱਸਰ ਨਹੀਂ ਹੁੰਦਾ, ਉਹਨਾਂ ਨੂੰ ਕੋਕ, ਪੈਪਸੀ, ਸਿਗਰਟ, ਜੈਜ਼, ਜੀਨਸ, ਹੈਰੋਇਨ ਦੀਆਂ ਸਰਿੰਜਾਂ ਅਤੇ ਮਿਸ਼ਨਰੀ ਪੋਥੀਆਂ ਦੇ ਕੇ ਉਹਨਾਂ ਦੀਆਂ ਅੱਖਾਂ ਵਿੱਚ ਸੈਂਪਲੀ ਸੁਫਨੇ ਇੰਪਲਾਂਟ ਕਰਦਾ ਹੈ। ਵਕਤ ਦੀ ਆਵਾਜ਼ ਸੁਣ ਕੇ ਹਰ ਤਰਫ ਅਜੀਬ ਜਿਹਾ ਸਨਾਟਾ ਛਾ ਗਿਆ। ਇੱਕ ਸੋਚਦਾ ਹੋਇਆ ਸਨਾਟਾ, ਦਿਲਾਂ ਨੂੰ ਟਟੋਲਦਾ ਹੋਇਆ ਸਨਾਟਾ, ਆਪਣੀ ਕਿੱਲੀ 'ਤੇ ਘੁੰਮਦਾ ਹੋਇਆ ਦੁਨੀਆ ਦਾ ਗੋਲਾ ਕੁਝ ਪਲਾਂ ਲਈ ਠਿਠ ਗਿਆ ਅਤੇ ਫਿਰ ਚੱਲਣ ਲੱਗਾ। ਮਸਜਿਦ ਵਿੱਚ ਬੈਠੇ ਜਿਨ੍ਹਾਂ ਲੋਕਾਂ ਨੇ ਵਕਤ ਦੀ ਆਵਾਜ਼ ਸੁਣੀ ਸੀ, ਸਭ ਨੇ ਇੱਕ ਆਹ ਭਰੀ। ਉਹਨਾਂ ਇੱਥੇ ਗੁਜ਼ਰਦੇ ਵਕਤ ਨੂੰ ਤੱਕਿਆ ਸੀ ਅਤੇ ਹੁਣ ਆਉਣ ਵਾਲੇ ਵੇਲੇ ਨੂੰ ਤੱਕਣਾ ਸੀ। ਆਪਣੀ ਗੱਲ ਕਹਿ ਕੇ ਵਕਤ ਥੋੜ੍ਹਾ ਰੁਕਿਆ, ਸੁਕੜਿਆ, ਫਿਰ ਸੋਨ ਸੁਨਹਿਰਾ ਹੰਸ ਬਣ ਕੇ ਪੰਖ ਫੈਲਾਉਂਦਾ ਹਵਾ ਦੀਆਂ ਉੱਠਦੀਆਂ ਡਿੱਗਦੀਆਂ ਲਹਿਰਾਂ ਸੰਗ ਉਤਾਂਹ ਨੂੰ ਉੱਡ ਗਿਆ ਅਤੇ ਲੋਕੀ ਤੱਕਦੇ ਹੀ ਰਹਿ ਗਏ। ਜੋ ਹੀ 21ਵੀਂ ਸਦੀ ਦਾ ਸਿਰ ਸਿਆਸਤ ਦੇ ਸਿਰਹਾਣੇ ਤੋਂ ਲੁੜਕਿਆ, ਪਰਛਾਵਿਆਂ ਦਾ ਦੌਰ ਸ਼ੁਰੂ ਹੋ ਗਿਆ। ਫੁੱਲਾਂ 'ਚੋਂ ਖੁਸ਼ਬੂ ਗਾਇਬ ਹੋਣ ਲੱਗੀ, ਅਸਮਾਨ ਤੋਂ ਸੂਰਜ, ਦਰਖਤਾਂ ਤੋਂ ਪਰਿੰਦੇ ਅਤੇ ਨਦੀਆਂ 'ਚੋਂ ਪਾਣੀ। ਹਰ ਤਰਫ ਹਨੇਰਾ ਆਪਣੇ ਪਰ ਫੈਲਾਉਣ ਲੱਗਾ। ਕਾਲੀ ਰੌਸ਼ਨੀ ਸਭ ਪਾਸੇ ਫੈਲਣ ਲੱਗੀ। ਢੋਰ, ਡੰਗਰ, ਪੰਖ ਪਖੇਰੂ, ਕਾਠ, ਕਬਾੜ, ਬੱਚੇ, ਬੁੱਢੇ, ਮਰਦ, ਔਰਤਾਂ ਸਭ ਇੱਕ ਸੈਲਾਬ 'ਚ ਵਹਿਣ ਲੱਗੇ। ਘਾਟੀ ਬਲਣ ਲੱਗੀ, ਮੁਲਕ ਬਲਣ ਲੱਗਾ, ਸ਼ਹਿਰ, ਪਿੰਡ, ਬਸਤੀਆਂ, ਘਰ ਬਲਣ ਲੱਗੇ। ਲੋਕਾਂ ਦੇ ਧੜਾਂ ਤੋਂ ਸਿਰ ਗਾਇਬ ਹੋਣ ਲੱਗੇ। ਜਦ ਸਿਰ ਹੀ ਨਹੀਂ, ਤਦ ਸੋਚ ਸਮਝ ਦਾ ਸਿਲਸਿਲਾ ਕਿੱਥੇ? ਦੁੱਖ ਤਕਲੀਫ ਵੰਡਣ ਦਾ ਕੀ ਸਬਬ? ਮਜ਼ਹਬ, ਈਮਾਨ, ਜਾਨ, ਸ਼ਾਨ, ਰਵਾਇਤਾਂ ਦੀ ਕਿਸ ਨੂੰ ਪਰਵਾਹ? ਦੋਸਤ, ਪੜੋਸੀ, ਦਿਨ, ਤਾਰੀਖ ਅਤੇ ਕਿਸ ਨੂੰ ਕਾਹ ਤੋਂ ਯਕੀਨ? ਅਫਰਾ ਤਫਰੀ, ਅਜੀਬ ਅਫਰਾ ਤਫਰੀ ਦਾ ਆਲਮ। ਕਿਸੇ ਨੂੰ ਕੁਝ ਪਤਾ ਨਹੀਂ, ਕਿਉਂ, ਕਦੋਂ, ਕਿੱਥੇ, ਕੌਣ, ਕੀ ਕਰਵਾ ਰਿਹਾ ਹੈ। ਔਰ ਅਸਲੀ ਜੰਗ ਕਿਹਦੇ ਨਾਲ ਹੈ? ਇਹ ਮੀਸੋਪੋਟਾਮੀਆ ਦਾ ਸ਼ਹਿਰ ਮੌਸੂਲ ਹੈ। ਮੁਲਕ ਦਾ ਸਫੇਦ ਮੋਤੀ, ਦਰਿਆਏ ਤਿਗਰਿਸ ਦੇ ਪੱਛਮੀ ਕੰਢੇ 'ਤੇ ਅਸਮਾਨ ਨੂੰ ਛੂਹਦੀਆਂ ਸਫੈਦ ਇਮਾਰਤਾਂ ਦਾ ਪਰਿਦੇਸ਼। 99 ਦੇ ਨਜ਼ਦੀਕ ਸੁਮੇਰੀਅਨ ਅਤੇ ਬੈਬੀਲੋਨੀਅਨ ਤਹਿਜ਼ੀਬ ਦਾ ਗੜ੍ਹ। ਓਟੋਮਾਨ ਐਮਪਾਇਰ ਦੀ ਰਾਜਧਾਨੀ, ਜਿੱਥੇ ਅੱਜ ਵੀ 1001 ਅਰਬੀ ਰਾਤਾਂ ਵਾਲੇ ਕਿਰਦਾਰ ਅਤੇ ਅਲੀ ਬਾਬਾ ਪੁਰਾਣੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦੇ ਫਿਰਦੇ ਨੇ। ਔਰ ਸਿੰਧਬਾਦ ਦਾ ਸੇਲਰ
ਅਜੇ ਵੀ ਇੱਕ ਮੈਜਿਕ ਕਾਰਪਟ 'ਤੇ ਸਵਾਰ ਹੋ ਕੇ ਦੁਨੀਆ ਦਾ ਏਰੀਅਲ ਵਿਊ ਲੈਂਦਾ ਹੈ। ਇੱਥੇ ਹੀ ਦਰਿਆਏ ਤਿਗਰਿਸ ਦੇ ਕੰਢੇ ਇੱਕ ਬਸਤੀ ਵਿੱਚ ਸੁੰਨੀ, ਸ਼ੀਆ, ਅਸੀਰੀਅਨ, ਈਸਾਈ, ਯਹੂਦੀ ਤੇ ਯਜ਼ੀਦੀ ਸਭ ਮਿਲ ਜੁਲ ਕੇ ਰਹਿੰਦੇ ਨੇ। ਔਰ ਐਸੇ ਹੀ ਬਸਤੀ ਦੀ ਇੱਕ ਛੋਟੀ ਜਿਹੀ ਕਾਟੇਜ ਵਿੱਚ ਰਹਿੰਦਾ ਹੈ ਸਾਡੀ ਕਹਾਣੀ ਦਾ ਹੀਰੋ ਦਾਨਿਸ਼ ਅਲ ਨਸੇਰੀ, ਜੋ ਇਸ ਵੇਲੇ ਬਿਸਤਰੇ 'ਤੇ ਲੇਟਿਆ ਲੇਟਿਆ ਸੋਚ ਰਿਹਾ ਹੈ ਆਪਣੇ ਘਰ ਪਰਿਵਾਰ, ਮੁਲਕ ਤੇ ਜੰਗ ਬਾਰੇ। ਜੰਗ ਜੋ ਕਿਸੇ ਵੇਲੇ ਸ਼ੁਰੂ ਹੋ ਸਕਦੀ ਹੈ। ਉਹ ਰਾਤ ਪਰ ਨਹੀਂ ਸੁੱਤਾ। ਉਂਝ ਰਾਤ ਪਰ ਨਾ ਸੋਣਾ ਤੇ ਸਵੇਰੇ ਤੱਕ ਜਾਗਦੇ ਰਹਿਣਾ ਉਹਦੇ ਲਈ ਕੋਈ ਨਵੀਂ ਗੱਲ ਨਹੀਂ। ਹਾਂ, ਬਚਪਨ 'ਚ ਵਜ੍ਹਾ ਹੋਰ ਸੀ। ਉਹ ਜਵਾਨ ਹੋਇਆ ਤਾਂ ਕਾਰਨ ਬਦਲ ਗਏ। ਹੁਣ ਤੇ ਕਈ ਵਰਿਆਂ ਤੋਂ ਰਹਿ ਰਹਿ ਕੇ ਜੋੜਾਂ ਦਾ ਦਰਦ ਉਸਨੂੰ ਸੌਣ ਨਹੀਂ ਦਿੰਦਾ। ਮੌਸੂਲ 'ਚ ਇਸ ਵੇਲੇ ਸਵੇਰ ਹੋ ਰਹੀ ਹੈ ਅਤੇ ਉਹ ਸੋਚ ਰਿਹਾ ਹੈ ਭਾਵੇਂ ਕੁਝ ਵੀ ਹੋਵੇ ਉਹ ਕੰਮ ਦੀ ਤਲਾਸ਼ ਵਿੱਚ ਜ਼ਰੂਰ ਬਰ ਜ਼ਰੂਰ ਬਾਹਰ ਨਿਕਲੇਗਾ। ਇਸ ਵੇਲੇ ਉਸ ਨਾਲ ਪਲੰਗ 'ਤੇ ਉਸਦੀ ਬੀਵੀ ਅਫਰਾ ਲੇਟੀ ਹੋਈ ਹੈ, ਜੋ ਬਾਰ-ਬਾਰ ਪਾਸੇ ਬਦਲ ਰਹੀ ਹੈ। ਫਜਰ ਦੀ ਨਮਾਜ਼ ਦਾ ਵਕਤ ਹੋ ਰਿਹਾ ਹੈ। ਉਸਨੂੰ ਪਤਾ ਹੈ ਉਹ ਹੁਣੇ ਉੱਠੇਗੀ, ਆਪਣੀਆਂ ਬੱਚੀਆਂ ਨੂੰ ਉਠਾਏਗੀ। ਲਾਮ ਡੋਰੀ ਦੀ ਤਰ੍ਹਾਂ ਮਾਂ ਦਾ ਪਿੱਛਾ ਕਰਦੀਆਂ ਉਹ ਨੁੱਕਰ ਵਾਲੇ ਕਮਰੇ 'ਚ ਜਾਣਗੀਆਂ, ਆਪਣੀ ਆਪਣੀ ਜਾਏ ਨਮਾਜ਼ ਵਿਛਾਣਗੀਆਂ, ਗੋਡੇ ਟੇਕ ਕੇ ਦੁਆ ਲਈ ਹੱਥ ਉਠਾਉਣਗੀਆਂ, ਜਦਕਿ ਉਹ ਪਲੰਗ 'ਤੇ ਲੇਟਿਆ ਲੇਟਿਆ ਉਹਨਾਂ ਦੀਆਂ ਹਰਕਤਾਂ 'ਚੋਂ ਉੱਠਦੀਆਂ ਫੁਸਫੁਸਾਹਟਾਂ ਤੇ ਸਰਸਰਾਹਟਾਂ ਸੁਣੇਗਾ ਅਤੇ ਫਿਰ ਬਾਰੀ ਵਿੱਚੋਂ ਆਪਣੇ ਹਿੱਸੇ ਦੇ ਅਸਮਾਨ ਵੱਲ ਦੇਰ ਤੱਕ ਦੇਖਦਾ ਰਹੇਗਾ ਤੇ ਫਿਰ ਸੋਚੇਗਾ ਅੱਜ ਉਸ ਨੂੰ ਹਰ ਹਾਲਤ 'ਚ ਕੰਮ ਲੱਭਣ ਬਾਹਰ ਜਾਣਾ ਪਵੇਗਾ। ਉਸ ਤਾਂ ਇੱਥੇ ਮਰਦ ਲੋਕੀ ਘਰ ਘੱਟ ਹੀ ਟਿਕਦੇ ਨੇ। ਘਰਾਂ 'ਚ ਔਰਤਾਂ ਦਾ ਰਾਜ ਹੁੰਦਾ ਹੈ। ਮਰਦ ਤੇ ਕਦੇ ਦੁਪਹਿਰ ਦੀ ਰੋਟੀ ਖਾਣ ਜਾਂ ਸੁਸਤਾਨ ਆ ਜਾਂਦੇ ਨੇ ਤੇ ਰਾਤੀ ਵੀ ਘਰਾਂ ਵਿੱਚ ਦੇਰ ਨਾਲ ਆਉਂਦੇ ਨੇ, ਜਦੋਂ ਬਾਹਰ ਰਹਿਣ ਦਾ ਕੋਈ ਬਹਾਨਾ ਨਹੀਂ ਰਹਿੰਦਾ। 15 ਦਿਨਾਂ ਤੋਂ ਦਾਨਿਸ਼ ਦਾ ਘਰ 'ਚੋਂ ਨਿਕਲਣ ਨੂੰ ਜੀਅ ਨਹੀਂ ਕਰ ਰਿਹਾ। ਕਿੱਥੇ ਜਾਏ, ਕੀ ਕਰੇ? ਕੰਮ ਵੀ ਤੇ ਕੋਈ ਨਹੀਂ ਮਿਲ ਰਿਹਾ। ਦਾਨਿਸ਼ ਇਹ ਸੋਚਦੇ ਸੋਚਦੇ ਆਪਣੇ ਕਮਰੇ 'ਚ ਨਜ਼ਰ ਦੌੜਾਉਂਦਾ ਹੈ। ਇਹ ਕਮਰਾ ਉਸਦੀ ਖਾਬਗਾਹ ਹੈ। ਕਮਰੇ 'ਚ ਇੱਕ ਪਾਸੇ ਉਸਦੀ ਮੇਜ਼ ਤੇ ਕਲਮ, ਦਵਾਰ, ਕਾਗਜ਼ ਹਨ। ਨਾਲ ਹੀ ਸੁਫਨਿਆਂ ਦੀ ਰੂਪ ਰੇਖਾ ਵੰਡਦੇ ਪੋਥੀਆਂ, ਖਰੜੇ, ਕਿਤਾਬਾਂ, ਇੱਕ ਨੁੱਕਰੇ ਰੱਦੀ ਦੀ ਟੋਕਰੀ। ਕੰਨ 'ਤੇ ਕੁੱਕੂ ਕਰਦਾ ਕਲੌਕ, ਉਸ 'ਚ ਕੈਦ ਕੀਤੇ 12 ਘੰਟੇ ਮੁਜਰਮਾਂ ਵਾਕਣ ਸਦਾ ਝਾਕਦੇ। ਦੂਜੇ ਪਾਸੇ ਕੁੜਦਾ ਸ਼ੀਸ਼ਾ, ਭੈ ਪੀਤ ਭਵਿੱਖ, ਖੂਨ ਵਿੱਚ ਡੰਗਿਆ ਵਰਤਮਾਨ। ਇਸ ਕਮਰੇ 'ਚ ਉਹ ਸਿਗਰਟ ਤੋਂ ਉੱਠਦੇ ਧੂੰਏਂ ਨੂੰ ਸੁੰਘ ਸਕਦਾ ਹੈ, ਆਪਣੀਆਂ ਬਹਿਕੀਆਂ ਬਹਿਕੀਆਂ ਨਜ਼ਰਾਂ ਨੂੰ ਪਛਾਣ ਸਕਦਾ ਹੈ, ਆਪਣੇ ਸਾਹਾਂ ਦੀ ਆਵਾਜ਼ ਸੁਣ ਸਕਦਾ ਹੈ, ਆਪਣੇ ਅਥਰੂਆਂ ਨੂੰ ਖਾਮੋਸ਼ੀ ਨਾਲ ਪੀ ਸਕਦਾ ਹੈ, ਲਫ਼ਜ਼ਾਂ ਨਾਲ ਖੇਡ ਸਕਦਾ ਹੈ, ਆਪਣੀਆਂ ਬੇਵਕੂਫੀਆਂ ਅਤੇ ਊਟ ਪਟਾਂਗ ਗੱਲਾਂ 'ਤੇ ਹੱਸ ਰੋ ਸਕਦਾ ਹੈ। ਆਪਣੇ ਕਮਰੇ 'ਚੋਂ ਬੀਵੀ ਬੱਚਿਆਂ ਨੂੰ ਰੋਟੀ ਪਕਾਉਂਦੇ, ਹੋਮਵਰਕ ਕਰਵਾਉਂਦੇ, ਖਾਂਦੇ ਪੀਂਦੇ ਵੇਖ ਸਕਦਾ ਹੈ ਅਤੇ ਟੀਵੀ ਦੇ ਜ਼ਰੀਏ ਬਾਹਰ ਦੀ ਦੁਨੀਆ ਨਾਲ ਰਾਬਤਾ ਰੱਖ ਸਕਦਾ ਹੈ। ਦਾਨਿਸ਼ ਅਲ ਨਸੇਰੀ ਮੌਸੂਲ 'ਚ ਹੀ ਪੈਦਾ ਹੋਇਆ। ਅੱਖਾਂ ਖੁੱਲ੍ਹਦਿਆਂ ਹੀ ਮੌਸੂਲ ਦੀ ਖੂਬਸੂਰਤੀ ਨੇ ਉਸਦੀਆਂ ਅੱਖਾਂ ਚੁੰਦਿਆ ਦਿੱਤੀਆਂ। ਇੱਥੇ ਹੀ ਉਹ ਸਕੂਲ, ਕਾਲਜ, ਯੂਨੀਵਰਸਿਟੀ ਗਿਆ। ਇੱਥੇ ਉਸਨੇ ਐਨਾਟਮੀ ਵਿੱਚ ਮੇਜਰ ਕੀਤਾ ਤੇ ਫਿਰ ਡਾਕਟਰੇਟ। ਕਾਰਪੈਂਟਰੀ ਸਿੱਖੀ ਤੇ ਨਾਲ ਹੀ ਨਾਲ ਬੈਕਟ, ਸਾਰਤਰੇ ਤੇ ਫਾਕਨਰ ਨੂੰ ਪੜ੍ਹਿਆ। ਇੱਥੇ ਹੀ ਉਹ ਮੌਸੂਲ ਮੈਡੀਕਲ ਸਕੂਲ ਵਿੱਚ ਐਨਾਟਮੀ ਪੜ੍ਹਾਉਣ ਲੱਗਾ ਤੇ ਨਾਲ ਹੀ ਪੱਤਰਕਾਰੀ ਤੇ ਹੱਥ ਅਜ਼ਮਾਉਣ ਲੱਗਾ। ਵਾਰਸਾ ਤੇ ਫਰਾਂਸ ਵਿੱਚ ਰਹਿ ਕੇ ਵਾਪਸ ਫਿਰ ਇੱਥੇ ਹੀ ਪਰਤਿਆ। ਇੱਥੇ ਹੀ ਰਾਈਟਰਜ਼ ਕੈਫੇ ਵਿੱਚ ਉਸਦੀ ਮੁਲਾਕਾਤ ਅਫਰਾ ਨਾਲ ਹੋਈ, ਜੋ ਉਸਦਾ ਕਲਾਮ ਸੁਣਦੀ ਤੇ ਪਸੰਦ ਕਰਦੀ। ਅਫਰਾ ਅਰਬੀ ਸੀ ਤੇ ਦਾਨਿਸ਼ ਕੁਰਦ। ਅਫਰਾ ਧਾਰਮਿਕ ਖਿਆਲਾਂ ਦਾ ਸੀ ਤੇ ਦਾਨਿਸ਼ ਬਿੰਦਾਸ ਤੇ ਸੈਕੂਲਰ। ਦੋਹਾਂ ਨੂੰ ਮੈਸੋਪੋਟੇਮੀਆ, ਪੋਇਟਰੀ ਤੇ ਪੋਟਰੀ ਵਿੱਚ ਅਥਾਹ ਦਿਲਚਸਪੀ ਸੀ। ਅਕਸਰ ਉਹ ਦੋਨੋਂ ਮਾਊਂਟ ਮਕਲੂਬ ਤੇ ਸੇਂਟ ਮੈਥਿਊਜ਼ ਦੀ ਜ਼ਿਆਰਤਗਾਹ 'ਤੇ ਇਕੱਠੇ ਜਾਂਦੇ ਅਤੇ ਇੱਕ ਦੂਜੇ ਨੂੰ ਸੁਣਦੇ ਸੁਣਾਉਂਦੇ। ਬਹੁਤ ਦਿਨਾਂ ਬਾਅਦ ਜਦੋਂ ਇੱਕ ਦੇ ਦਿਲ ਦੀ ਗੱਲ ਦੂਜੇ ਦੀ ਜ਼ੁਬਾਨ ਤੋਂ ਨਿਕਲਣ ਲੱਗੀ ਤਾਂ ਦੋਹਾਂ ਨੇ ਵਿਆਹ ਕਰਨ ਦੀ ਸੋਚੀ। ਅਫਰਾ ਜਾਣਦੀ ਸੀ ਦਾਨਿਸ਼ ਨਾਲ ਵਿਆਹ ਕਰਨਾ ਆਪਣੇ ਆਪ ਨੂੰ ਦਾਅ 'ਤੇ ਲਾਣਾ ਹੈ। ਆਏ ਰੋਜ਼ ਉਸਨੂੰ ਜੇਲ੍ਹ ਹੋਵੇਗੀ, ਨੌਕਰੀ ਛੁੱਟੇਗੀ, ਪਰਿਵਾਰ ਨੂੰ ਭੁੱਖ ਹੜਤਾਲ 'ਤੇ ਬੈਠਣਾ ਪਵੇਗਾ ਅਤੇ ਉਸਨੂੰ ਇਕੱਲਿਆਂ ਘਰ ਦੀਆਂ ਜ਼ਿੰਮੇਦਾਰੀਆਂ ਨਾਲ ਦੋ ਚਾਰ ਹੋਣਾ ਪਵੇਗਾ। ਖੈਰ, ਹੋਣੀ ਨੂੰ ਸ਼ਾਇਦ ਇਹੀ ਮਨਜ਼ੂਰ ਸੀ। ਦੋਹਾਂ ਨੇ ਆਪਣੇ ਘਰ ਵਾਲਿਆਂ ਨੂੰ ਜਿਵੇਂ ਕਿਵੇਂ ਮਨਾ ਕੇ ਵਿਆਹ ਕਰ ਲਿਆ। ਉਹਨਾਂ ਦਿਨਾਂ ਵਿੱਚ ਹੀ ਉਹਨਾਂ ਦੇ ਮੁਲਕ ਨੇ ਨਵੇਂ-ਨਵੇਂ ਤੇਲ ਤੇ ਪੈਸੇ ਬਣਾਉਣੇ ਸ਼ੁਰੂ ਕੀਤੇ। ਮੁਲਕ ਵਿੱਚ ਪੜ੍ਹਾਈ ਲਿਖਾਈ ਦਾ ਸਤਰ ਉੱਚਾ ਉੱਠਣ ਲੱਗਾ। ਦਾਨਿਸ਼ ਕੋਲ
ਮੈਡੀਕਲ ਕਾਲਜ ਦੀ ਲੈਕਚਰਸ਼ਿਪ ਸੀ ਤੇ ਖੂਬਸੂਰਤ ਬੀਵੀ ਦਾ ਸਾਥ। ਦੋਵੇਂ ਵਿਆਹ ਤੋਂ ਖੁਸ਼ ਸਨ। ਉਸ ਨੂੰ ਪਲੰਗ 'ਤੇ ਲੇਟੇ ਲੇਟੇ ਯਾਦ ਆ ਰਹੇ ਨੇ ਵਿਆਹ ਦੇ ਮਗਰਲੇ ਦਿਨ, ਜਦੋਂ ਸਵੇਰੇ ਉੱਠਦਿਆਂ ਸਾਰ ਕੁਝ ਲਿਖਣ ਤੋਂ ਪਹਿਲਾਂ ਉਸ ਨੂੰ ਚਾਹ ਦੀ ਤਲਬ ਹੁੰਦੀ ਤਾਂ ਸਜ ਵਿਆਹੀ ਬੀਵੀ ਠੁਮਕ ਠੁਮਕ ਕੇ ਹੌਲੇ ਹੌਲੇ ਤੁਰਦੀ, ਹੱਥਾਂ ਵਿੱਚ ਟਰੇ ਲਈ ਕਮਰੇ 'ਚ ਕਦਮ ਰੱਖਦੀ। ਕੇਤਲੀ ਦੇ ਸਿਰ ਤੋਂ ਟਕੋਜ਼ੀ ਹਟਾਉਂਦਿਆਂ ਆਪਣੇ ਵਾਲ ਸਵਾਰਦੀ ਉਹਦੇ ਲਈ ਚਾਹ ਬਣਾਉਂਦੀ ਅਤੇ ਗਿਲਗਮੇਸ਼ ਮਹਾਂਕਾਵੇ ਨੂੰ ਟੁਕੜਿਆਂ 'ਚ ਸੁਣਾਉਂਦੀ। ਗਿਲਗਮੇਸ਼ ਹਿੱਤੀ ਸੱਭਿਅਤਾ ਦਾ ਯੂਰਕ ਸਮਰਾਟ, ਦੋਸਤੀ ਤਲਾਸ਼ ਕਰਮ ਆਵਾਜ਼ ਦਾ ਪ੍ਰੇਮਦੂਤ ਸੀ। ਪਰਮੀਥੀਅਸ ਦੀ ਤਰ੍ਹਾਂ ਆਦਮੀ ਨੂੰ ਦੁੱਖ ਤੇ ਯਾਤਨਾ ਤੋਂ ਛੁਟਕਾਰਾ ਦਿਵਾਉਣ ਲਈ ਕਸਮ ਲੈਂਦਿਆਂ ਉਸਨੇ ਦੇਵਤਿਆਂ ਨਾਲ ਟੱਕਰ ਲਾਈ ਸੀ। ਜਦ ਦੇਵਤੇ ਉਸ ਦੀ ਆਵਾਜ਼ ਨੂੰ ਬੰਦੀ ਬਣਾਉਣਾ ਲੋਚ ਰਹੇ ਸਨ, ਉਹ ਫਰਾਰ ਹੋ ਗਿਆ। ਕਹਿੰਦੇ ਨੇ ਮੌਤ ਤੋਂ ਮੁਕਤੀ ਪਾਉਣ ਲਈ ਦਵਾ ਦੀ ਤਲਾਸ਼ ਵਿੱਚ ਉਹ ਸਾਗਰਾਂ ਦੇ ਸਫ਼ਰ 'ਤੇ ਚਲਾ ਗਿਆ। ਉਹ ਅੱਜ ਵੀ ਸਫ਼ਰ 'ਤੇ ਹੈ, ਦਵਾ ਲੈ ਕੇ ਵਾਪਸ ਨਹੀਂ ਪਰਤਿਆ। ਆਦਮੀ ਦੀ ਸਭ ਤੋਂ ਵੱਡੀ ਧਰੋਹਰ ਉਸਦੀ ਬੇਲੌਸ ਬੇਖੌਫ ਆਵਾਜ਼ ਦੀ ਗੱਲ ਕਰਦੇ ਅਫਰਾ ਉਸ ਨੂੰ ਅਕਸਰ ਕਹਿੰਦੀ, ਦਾਨਿਸ਼, ਪਤਾ ਮੈਂ ਤੇਰੇ ਨਾਲ ਵਿਆਹ ਕਿਉਂ ਕੀਤਾ? ਫਿਰ ਖੁਦ ਆਪਣੇ ਸਵਾਲ ਦਾ ਜਵਾਬ ਦਿੰਦਿਆਂ ਉਹ ਗੱਲ ਜਾਰੀ ਰੱਖਦੀ, ਕਿਉਂਕਿ ਤੂੰ ਅਦੀਬ ਹੈ, ਤੂੰ ਆਪਣੇ ਲੋਕਾਂ ਦੀ ਆਵਾਜ਼ ਹੈ, ਤੂੰ ਆਪਣੀ ਕਲਮ ਦੀ ਸੱਚਾਈ ਨਾਲ ਦੁਨੀਆ ਨੂੰ ਬਿਹਤਰ ਬਣਾ ਸਕਦਾ ਹੈ, ਤੂੰ ਆਪਣੇ ਵਕਤ ਨੂੰ ਕਿਤਾਬਾਂ ਵਿੱਚ ਕੈਦ ਕਰ ਸਕਦਾ ਹੈ, ਤੇਰਾ ਲਿਖਿਆ ਸਦੀਆਂ ਤੋਂ ਪਾਰ ਜਾ ਸਕਦਾ ਹੈ। ਮੈਂ ਚਾਹੁੰਦੀ ਹਾਂ ਤੂੰ ਪੜ੍ਹਦਾ ਪੜ੍ਹਾਉਂਦਾ ਰਹੇ, ਕਿਤਾਬਾਂ ਲਿਖਦਾ ਲਿਖਾਉਂਦਾ ਰਹੇ, ਰਾਹਤ ਨਾਲ ਜਿਉਣ ਦਾ ਵੇਲਾ ਮਿਲਿਆ ਅਤੇ ਉਸ ਨੂੰ ਰੱਜ ਕੇ ਜੀਏ ਮਾਨੇ, ਬਿਲਾ ਵਜ੍ਹਾ ਪੋਲੀਟੀਕਲ ਟੋਟਿਆਂ 'ਚ ਟੰਟਿਆਂ 'ਚ ਪੈ ਕੇ ਆਪਣੀ ਜ਼ਿੰਦਗੀ ਜੇਲ੍ਹਾਂ 'ਚ ਅਜਾਈ ਨਾ ਗੁਆ ਦੇਵੇਂ। ਉਸ ਦੀ ਗੱਲ ਸੁਣ ਕੇ ਘੱਟ ਬੋਲਣ ਵਾਲਾ ਅਤੇ ਜ਼ਿਆਦਾ ਸੁਣਨ ਵਾਲਾ ਦਾਨਿਸ਼ ਮੁਸਕਰਾ ਦਿੰਦਾ। ਬਾਂਸ ਦੀ ਚਟਾਈ ਅਤੇ ਕੁਸ਼ਨਾਂ ਦਾ ਢੋਲ ਆ ਕੇ ਉਹ ਦੋਵੇਂ ਚਾਹ ਦੇ ਘੁੱਟ ਪੀਂਦੇ। ਦਾਨਿਸ਼ ਕਦੇ ਕਦਾਈ ਉਸ ਨੂੰ ਪੂਰੇ ਚੰਦ ਦੀ ਰਾਤ, ਸਾਗਰ ਦੀਆਂ ਕੰਬਦੀਆਂ ਲਹਿਰਾਂ, ਭਿੱਜੇ ਹੋਏ ਦਿਨਾਂ, ਸੀ ਪਾਈਂਦੇ ਝੂਮਰਾਂ, ਤਾੜੀ ਮਾਰਦੀਆਂ ਪੱਤੀਆਂ ਅਤੇ ਲਿਖੀਆਂ ਨਜ਼ਮਾਂ ਸੁਣਾਉਂਦਾ ਅਤੇ ਕਦੇ ਚੰਦ ਦੇ ਤੇਜ਼ ਨਹੁੰਆਂ ਨਾਲ ਰਾਤ ਦੇ ਸੀਨੇ 'ਤੇ ਗੱਡੇ ਦੰਦਾਂ, ਵਹਿਸ਼ੀ ਹਵਾ ਦੇ ਦਰਖਤਾਂ ਨੂੰ ਚਕਚੋਰਨ ਅਤੇ ਨੀਂਦ ਤੋਂ ਬੇਦਾਰ ਕਰਨ ਦੀਆਂ ਸਾਗਰ ਦੇ ਤੇਜ਼ਾਬ ਨਾਲ ਰੇਤ ਦੇ ਜਿਸਮ 'ਤੇ ਖਰਾਸ਼ਾਂ ਪੈਣ ਅਤੇ ਕਦੇ ਖਾਰਿਸ਼ ਜ਼ਦਾ ਕੁੱਤੇ ਦੀ ਜੋ ਅਸਮਾਨ ਦੀ ਜਾਨੇ ਮੂੰਹ ਚੁੱਕੇ ਇਨਸਾਨ ਨੂੰ ਗਾਲਾਂ ਕੱਢਦਾ ਅਤੇ ਲਿਖੀਆਂ ਨਜ਼ਮਾਂ ਵੀ ਸੁਣਾਉਂਦਾ। ਜਿਨ੍ਹਾਂ ਕਵਿਤਾਵਾਂ ਦੀ ਵਜ੍ਹਾ ਕਰਕੇ ਉਸ ਨੂੰ ਕਈ ਵਾਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਚਾਹ ਪੀਂਦੇ, ਨਜ਼ਮਾਂ ਸੁਣਦੇ ਸੁਣਾਉਂਦੇ, ਪੋਇਟਰੀ, ਪੋਲੀਟਿਕਸ 'ਤੇ ਗੱਲਾਂ ਕਰਦੇ, ਦੋਵੇਂ ਆਉਣ ਵਾਲੇ ਚੰਗੇ ਦਿਨਾਂ ਦੇ ਸੁਪਨੇ ਲੈਂਦੇ। ਵਿਆਹ ਦੇ ਬਾਅਦ ਅਫਰਾ ਨੂੰ ਘਰ, ਸ਼ੌਹਰ, ਬੱਚੇ ਚਾਹੀਦੇ ਸਨ ਅਤੇ ਦਾਨਿਸ਼ ਦੇ ਹੱਥਾਂ ਨੂੰ ਕੰਮ, ਪੈਰਾਂ ਨੂੰ ਸਫ਼ਰ ਅਤੇ ਪਰਾਂ ਨੂੰ ਪ੍ਰਵਾਸ ਚਾਹੀਦੀ ਸੀ। ਦਿਨ ਬੀਤਣ ਲੱਗੇ, ਨੇਮ ਦੇ ਚੜ੍ਹਦੇ ਦਿਨ, ਕਿੱਕਰ ਕਨੇਰ ਦੀਆਂ ਕਲੀਆਂ ਦੇ ਦਿਨ, ਪਰੀਆਂ ਪਰੀਆਂ ਦੁਪਹਿਰਾਂ ਦੇ ਦਿਨ, ਇੱਕ ਦੇ ਬਾਅਦ ਅਨੇਕ ਦਿਨ, ਪਹਿਰ, ਪਲ, ਹਫ਼ਤੇ, ਮਹੀਨੇ, ਸਾਲ, ਦਸ਼ਕ ਬੀਤਣ ਲੱਗੇ। ਇਸ ਦੌਰਾਨ ਦਾਨਿਸ਼ ਪੜ੍ਹਦਾ ਪੜ੍ਹਾਉਂਦਾ ਰਿਹਾ, ਲਿਖਦਾ ਲਿਖਾਉਂਦਾ ਰਿਹਾ, ਅਤਿਆਚਾਰ, ਅਨਾਚਾਰ, ਅਨਿਆਏ ਦੇ ਖਿਲਾਫ ਗੱਲਾਂ ਕਰਦਾ ਰਿਹਾ। ਉਸ ਨੂੰ ਕਈ ਵਾਰ ਜੇਲ੍ਹ ਹੋਈ, ਨੌਕਰੀਆਂ ਛੁੱਟੀਆਂ, ਆਪਣੇ ਪਰਾਇਆਂ ਤੋਂ ਦੂਰ ਰਹਿਣਾ ਪਿਆ। ਇਸੇ ਦਰਮਿਆਨ ਉਸ ਦੇ ਮੁਲਕ ਨੇ ਵੀ ਇੱਕ ਨਹੀਂ 4 ਜੰਗਾਂ ਲੜੀਆਂ। ਇਜ਼ਰਾਈਲ, ਈਰਾਨ, ਕੁਵੈਤ ਅਤੇ ਕੁਰਦਾਂ ਨਾਲ ਜੰਗਾਂ ਦਾ ਇੱਕ ਲੰਮਾ ਸਿਲਸਿਲਾ ਜਾਰੀ ਰਿਹਾ। ਔਰ ਅੱਜ ਵੀ ਪਲੰਗ 'ਤੇ ਲੇਟੇ ਲੇਟੇ ਸੋਚ ਰਿਹਾ ਹੈ, ਜੰਗ ਕਦੇ ਵੀ ਕਿਸੇ ਵੇਲੇ ਸ਼ੁਰੂ ਹੋ ਸਕਦੀ ਹੈ ਅਤੇ ਉਸ ਨੂੰ ਕੰਮ ਦੀ ਤਲਾਸ਼ ਵਿੱਚ ਬਾਹਰ ਨਿਕਲਣਾ ਪਵੇਗਾ। ਹੁਣ ਵੀ ਲੇਟੇ ਲੇਟੇ ਉਸ ਦਾ ਜਿਸਮ ਪਸੀਨੇ ਪਸੀਨੇ ਹੋਈ ਜਾ ਰਿਹਾ ਹੈ, ਉਂਗਲੀਆਂ ਕੰਬ ਰਹੀਆਂ ਨੇ, ਜੋੜਾਂ 'ਚ ਬੇਪਨਾਹ ਦਰਦ ਹੈ। ਪੂਰੀ ਰਾਤ ਉਹ ਸੁੱਤਾ ਨਹੀਂ, ਕਮਰੇ ਦੀਆਂ ਕੰਧਾਂ ਵੱਲ ਵੇਖਦਾ ਰਿਹਾ ਹੈ। ਰਾਤ ਦੀ ਕਨਕੋਰ ਸਿਆਹੀ ਵਿੱਚ ਉਸ ਨੂੰ ਕਿਤੇ ਵੀ ਆਪਣਾ ਭਵਿੱਖ ਨਜ਼ਰ ਨਹੀਂ ਆਇਆ ਅਤੇ ਵਰਤਮਾਨ ਵੀ ਜਗ੍ਹਾ ਜਗ੍ਹਾ ਦਰੜਿਆ ਟੁੱਟਿਆ ਹੋਇਆ ਲੱਗਿਆ। ਉਹ ਖਾਮੋਸ਼ ਅਸਮਾਨ ਵੱਲ ਟਿਕਟਿਕੀ ਲਾ ਕੇ ਵੇਖਦਾ ਅਤੇ ਸੋਚਦਾ ਹੈ, ਚਲੋ ਜੇਲ੍ਹਾਂ ਦੇ ਅਤਿਆਚਾਰਾਂ ਅਤੇ ਜਲਾਵਤਨੀ ਨੇ ਉਸ ਨੂੰ ਖਲਾ ਵਿੱਚ ਟਿਕਟਿਕੀ ਲਾ ਕੇ ਵੇਖਣਾ ਅਤੇ ਅਥਰੂਆਂ ਨੂੰ ਅੰਦਰੋਂ ਅੰਦਰੀ ਪੀ ਜਾਣਾ ਤਾਂ ਸਿਖਾ ਦਿੱਤਾ। ਪਰ ਸਰਕਾਰ ਉਸ ਦੇ ਅਥਰੂਆਂ, ਯਾਦਾਂ ਅਤੇ ਸੋਚਾਂ ਦਾ ਕੀ ਕਰੇਗੀ ਜੋ ਸਿਰਫ ਉਸ ਦੇ ਆਪਣੇ ਹਨ। ਅਥਰੂ ਜਿਨ੍ਹਾਂ ਤੋਂ ਜ਼ਿਆਦਾ ਪਵਿੱਤਰ ਚੀਜ਼ ਦੁਨੀਆ ਵਿੱਚ ਨਹੀਂ। ਯਾਦਾਂ ਪਾਵਨ ਹੁੰਦੀਆਂ ਨੇ ਤਾਂ ਹੀ ਦਿਲ 'ਚ ਟਿੱਕੀਆਂ ਰਹਿੰਦੀਆਂ ਨੇ ਅਤੇ ਸੋਚਾਂ ਕੋਲ ਰਹਿਣ ਸੋਚਾਂ ਜਾਂ ਦੂਰ, ਇੱਕ ਦੂਜੇ ਲਈ ਸੋਚ ਕੇ ਜਿਉਣ ਤੋਂ ਵੱਡਾ ਕੋਈ ਕੰਮ ਨਹੀਂ। ਸੋਚਣਾ ਆਸਾਨ ਪਰ
ਪਰ ਸੋਚੇ ਹੋਏ ਨੂੰ ਜਿਉਣਾ ਮੁਸ਼ਕਿਲ। ਉਹ ਸੋਚ ਹੀ ਰਿਹਾ ਸੀ ਕਿ ਸੂਰਜ ਦੀ ਇੱਕ ਕਿਰਨ ਹੱਸਦੇ ਹੱਸਦੇ ਉਹਦੀ ਬਾਰੀ 'ਚੋਂ ਝਾਂਕੀ, ਸ਼ੀਸ਼ੇ ਦੇ ਪਾਰਦਰਸ਼ੀ ਧਰਾਤਲ ਨੂੰ ਚੀਰ ਕੇ ਹੌਲੀ ਜਿਹੀ ਮੁਸਕਰਾਈ। ਕੀ ਵੇਖਦਾ ਹੈ? ਉਸਦੀ 5 ਸਾਲਾ ਪੁੱਤਰੀ ਅਮਰੀਨ ਅੱਗ ਦੀ ਤਰ੍ਹਾਂ ਦੌੜਦੀ ਉਹਦੇ ਮੱਥੇ 'ਤੇ ਇੱਕ ਬੋਸਾ ਦੇ ਕੇ ਬਾਬਾ ਫੀਲ ਬੈਟਰ ਕਹਿ ਕੇ ਬਗੂਲੇ ਦੀ ਤਰ੍ਹਾਂ ਬਾਹਰ ਨੂੰ ਦੌੜ ਗਈ। ਉਹ ਵੇਖਦਾ ਹੀ ਰਹਿ ਗਿਆ। ਉਸ ਲਮਹੇ ਨੂੰ ਪਕੜਨ ਲਈ ਉੱਠਿਆ ਪਰ ਪਕੜ ਨਾ ਸਕਿਆ। ਅਥਰੂਆਂ ਦਾ ਸੈਲਾਬ ਬਹਿ ਨਿਕਲਿਆ। ਜਦੋਂ ਮਨ ਜ਼ਰਾ ਹੌਲਾ ਹੋਇਆ, ਉਹ ਤਿਆਰ ਹੋ ਕੇ ਆਪਣੇ ਅੱਧੇ ਅਧੂਰੇ ਤੇ ਖੰਡਿਤ ਖ਼ਾਬਾਂ ਨੂੰ ਨਾਲ ਲੈ ਕੇ ਕੰਮ ਦੀ ਤਲਾਸ਼ ਵਿੱਚ ਘਰੋਂ ਨਿਕਲ ਤੁਰਿਆ। ਪਰ ਸਾਰਾ ਸ਼ਹਿਰ ਖਾਮੋਸ਼, ਦੁਕਾਨਾਂ, ਸਕੂਲ, ਸਰਕਾਰੀ ਅਦਾਰੇ ਸਭ ਬੰਦ, ਸੜਕਾਂ ਖਾਲੀ, ਲੋਕੀ ਘਰਾਂ 'ਚ ਦੁਬਕ ਗਏ ਜਾਂ ਪਹਾੜਾਂ 'ਤੇ ਤੁਰ ਗਏ। ਸਾਰੇ ਸ਼ਹਿਰ ਦੀ ਧੜਕਣ ਫਲੈਟ ਲਾਈਨ 'ਤੇ ਰੁਕੀ। ਉਸੇ ਸ਼ਹਿਰ ਤੋਂ ਬਾਹਰ ਹਾਈਵੇ 'ਤੇ SUVs, NGOs, ਰੈੱਡ ਕਰਾਸ, ਆਪਣੇ ਬੱਚੇ ਬਚਾਓ ਵਾਲੀਆਂ ਅਮਰੀਕੀ ਵੱਡੀਆਂ ਵੱਡੀਆਂ ਗੱਡੀਆਂ, ਟਰੱਕ ਹਰ ਪਾਸੇ ਰਵਾਂ ਦਵਾਂ। ਉਹਨਾਂ 'ਤੇ ਸਵਾਰ ਲੋਕੀ ਮੌਸੂਲ ਤੋਂ ਅਰਬਿਲ ਜਾਂ ਅਰਬਿਲ ਤੋਂ ਮਸੂਲ ਆ ਜਾ ਰਹੇ। ਸ਼ਹਿਰ ਦੇ ਬਾਹਰ ਰਿਜ 'ਤੇ ਇੱਕ ਤਰਫ ਇਰਾਕੀ ਅਰਬੀ ਫੌਜੀ ਕਿਤੇ ਕਿਤੇ ਆਪਣੀਆਂ ਨਸ਼ਿਸਤਾਂ ਸੰਭਾਲੀ, ਰਿਜ ਦੇ ਦੂਜੇ ਪਾਸੇ ਕਿਤੇ ਕਿਤੇ ਕੁਰਦ ਪੇਸ਼ਮਰਗਾ ਅਤੇ ਅਮਰੀਕੀ ਫੌਜੀ ਤੈਨਾਤ। ਹਾਈਵੇ 'ਤੇ ਪਹੁੰਚ ਕੇ ਦਾਨਿਸ਼ ਨੇ ਅਰਬਿਲ ਜਾਣ ਵਾਲੇ ਇੱਕ ਟਰੱਕ ਨੂੰ ਹੱਥ ਦਿੱਤਾ। ਟਰੱਕ ਰੁਕਿਆ। 40 ਦਿਨਾਰ 'ਤੇ ਸੌਦਾ ਤੈਅ ਹੋਇਆ। ਹੁਣ ਉਹ ਕੰਮ ਦੀ ਤਲਾਸ਼ 'ਚ ਅਰਬਿਲ ਜਾ ਰਿਹਾ ਸੀ। ਅਰਬਿਲ ਜੋ ਮੌਸੂਲ ਤੋਂ 80 ਕਿਲੋਮੀਟਰ ਦੀ ਦੂਰੀ 'ਤੇ ਹੈ, ਕੁਰਦਿਸਤਾਨ ਦੀ ਰਾਜਧਾਨੀ, ਕੁਰਦਾਂ ਦਾ ਗੜ੍ਹ, ਧਰਤੀ ਦੀ ਸਭ ਤੋਂ ਪੁਰਾਣੀ ਸੱਭਿਅਤਾ ਦਾ ਕੇਂਦਰ। ਮੌਸੂਲ ਤੋਂ ਅਰਬਿਲ ਤੱਕ ਰਸਤੇ ਪਰ ਤੇਜ਼ ਧੁੱਪ, ਗਰਮ ਹਵਾ, ਬਾਲੂ ਦੇ ਬਗੂਲੇ, ਚਾਰੇ ਪਾਸੇ ਰੇਤ ਹੀ ਰੇਤ। ਰੇਤ ਉੱਡਦੀ, ਉੱਡ ਕੇ ਰੁਕਦੀ, ਚਲਦੀ। ਰੇਤ ਦੇ ਖਰਗੋਸ਼ ਨੱਸਦੇ ਭੱਜਦੇ, ਟਪੂਸੀਆਂ ਮਾਰਦੇ। ਰੇਤ ਦੀਆਂ ਤਿਤਲੀਆਂ ਦੇ ਜੁਗਨੂ ਉੱਡਦੇ ਫਿਰਦੇ, ਜਗਦੇ ਬੁਝਦੇ। ਕਿਤੇ ਭੌਤਿਕ ਵਿਗਿਆਨ ਤੇ ਰੇਗਿਸਤਾਨ ਦਾ ਮਿਲਨ। ਅਸਮਾਨ 'ਤੇ ਅਮਰੀਕੀ ਜੰਗੀ ਜਹਾਜ਼ ਬੰਬਾਰੀ ਕਰਦੇ, ਸ਼ੈਲਿੰਗ, ਕਾਊਂਟਰ ਸ਼ੈਲਿੰਗ। ਕਿਤੇ ਸੜਕਾਂ ਦੇ ਕਿਨਾਰੇ ਜੰਗੇ ਮੁਹਾਜ਼ ਤੋਂ ਭੱਜੇ ਦਿਸ਼ਾਹੀਨ ਸਿਪਾਹੀਆਂ ਦੀਆਂ ਯੂਨੀਫਾਰਮਾਂ ਤੇ ਬੂਟ ਪਏ ਸਨ। ਕਿਤੇ ਵਰਦੀਆਂ ਪਾਈ ਮੌਤ ਦੇ ਮੂੰਹ ਵੱਲ ਨੱਸਦੇ ਜਵਾਨ ਫੌਜੀ, ਜਿਨ੍ਹਾਂ ਦਾ ਇੱਕ ਪੈਰ ਮੋਰਚੇ ਵੱਲ ਤੇ ਦੂਜਾ ਪੈਰ ਘਰ ਦੀਆਂ ਯਾਦਾਂ ਵੱਲ ਪਰਤਦਾ। ਮੁਲਕ ਦੀ ਆਨ ਬਾਨ ਸ਼ਾਨ ਲਈ ਲੜਦੇ। ਕਿਤੇ ਅਮਰੀਕੀ ਜਵਾਨ ਮੌਤ ਦੀ ਖੇਡ ਖੇਡਦੇ, ਸ਼ਾਂਤੀ ਦੀ ਕਾਮਨਾ ਕਰਦੇ ਮੁਰੀਦ। ਅੱਖਾਂ ਵਿੱਚ ਧੂਆਂ, ਸਾਹਾਂ ਵਿੱਚ ਗੁਬਾਰ ਲਈ ਟਰੱਕ 'ਚ ਸਫ਼ਰ ਕਰਦਾ ਉਹ ਸੋਚਦਾ ਰਿਹਾ ਆਪਣੀ ਤਹਿਜ਼ੀਬ, ਆਪਣੇ ਮੁਲਕ ਬਾਰੇ, ਬਾਦਸ਼ਾਹਾਂ ਤੇ ਸਿਆਸਤਦਾਨਾਂ ਬਾਰੇ, ਜੋ ਸਦੀਆਂ ਤੋਂ ਸਿੱਧੇ ਸਾਦੇ ਲੋਕਾਂ ਦੀਆਂ ਗਰਦਨਾਂ ਉੱਤੇ ਬਹਿ ਕੇ ਉਹਨਾਂ ਨੂੰ ਨਸਲਾਂ ਤੇ ਮਜ਼ਹਬਾਂ ਦੇ ਨਾਂ 'ਤੇ ਭੜਕਾਉਂਦੇ ਰਹੇ, ਆਪਣੇ ਫਾਇਦੇ ਲਈ ਇਸਤੇਮਾਲ ਕਰਦੇ ਰਹੇ। ਇੱਕ ਨਬੀ, ਇੱਕ ਖੁਦਾ। ਔਰ ਕਦੇ ਸ਼ੀਆ ਸੁੰਨੀ ਦੀ ਮੁੱਠਭੇੜ, ਕਦੇ ਅਰਬੀਆਂ ਕੁਰਦਾਂ ਵਿਚਕਾਰ ਅੰਫਲ ਕੰਪੇਨ, ਕਦੇ ਇਸਲਾਮ ਦੇ ਨਾਂ 'ਤੇ ਜਿਹਾਦੀ ਪੈਦਾ ਕੀਤੇ ਗਏ, ਕਦੇ ਈਸਾਈਅਤ ਦੇ ਧਰਮ ਰੱਖਿਅਕਾਂ ਦੇ ਨਾਂ 'ਤੇ ਕਰੂਸੇਡਸ। ਛੋਟੇ ਛੋਟੇ ਅਪਮਾਨਾਂ, ਛੋਟੀਆਂ ਛੋਟੀਆਂ ਜ਼ਿੱਦਾਂ, ਅਹੰਕਾਰਾਂ, ਜ਼ਾਤੀ ਮੁਫਾਦਾਂ ਤੋਂ ਅਖੀਰ ਨਿਕਲਿਆ ਕੀ? ਖਲਿਸ਼ਾਂ, ਚੁਣੌਤੀਆਂ, ਹਿੰਸਾ, ਲੜਾਈਆਂ ਅਤੇ ਨਵੇਂ ਛੋਟੇ ਵੱਡੇ ਮੁਲਕ। ਜਿੰਨੇ ਨਵੇਂ ਮੁਲਕ ਬਣੇ, ਓਨੀ ਇਨਸਾਨੀਅਤ ਜ਼ਿਆਦਾ ਵੰਡੀ ਗਈ, ਇਨਸਾਨ ਜ਼ਿਆਦਾ ਤਕਸੀਮ ਹੋਇਆ। ਅਤੇ ਅੱਜ ਜਦ ਉਸਦਾ ਮੁਲਕ ਅਗਲੀ ਜੰਗ ਹੋਣ ਤੋਂ ਪਹਿਲਾਂ ਹੀ ਪਿਛੜ ਗਿਆ ਏ, ਆਪਣੇ ਆਪ ਤੋਂ ਹਾਰ ਗਿਆ ਏ, ਤਾਂ ਲੋਕਾਂ ਨੂੰ ਡਰ ਏ ਤਿਜਾਰਤੀ ਸੋਚਾਂ ਵਾਲਾ ਸੌਦਾਗਰ ਆਪਣੀ ਭੌਤਿਕ ਹਵਸ ਕਰਕੇ ਉਹਨਾਂ ਦੇ ਮੁਲਕ ਦੀ ਤਹਿਜ਼ੀਬ ਨੂੰ ਤਬਾਹ ਕਰੇਗਾ। ਮੁਲਕ ਦੇ ਬੱਚਿਆਂ ਦੀ ਚੇਤਨਾ ਵਿੱਚ ਬਾਰੂਦ ਭਰੇਗਾ, ਪੀੜ੍ਹੀ ਦਰ ਪੀੜ੍ਹੀ ਉਹਨਾਂ ਨੂੰ ਵੰਡੇਗਾ, ਮਾਨਵੀ ਮੁੱਲਾਂ ਦਾ ਹਨਨ ਕਰੇਗਾ, ਮੁਲਕ ਦਾ ਮਸਤਕਬਲ ਬਦਲ ਦੇਵੇਗਾ। ਖਾਸ਼ ਇਵੇਂ ਨਾ ਹੁੰਦਾ। ਇਸ ਖਲਨਾਇਕਾਂ ਦੇ ਖਲਨਾਇਕ ਦੇ ਖਿਲਾਫ ਸਾਰਾ ਅਰਬ ਸੰਸਾਰ ਮਿਲ ਜਾਂਦਾ ਤਾਂ ਉਸ ਦਾ ਮੁਲਕ ਮੁਮਕਿਨ ਹੈ ਸੁਰੀਲੀ ਹੇਕ 'ਚੋਂ ਕੁਕਨੂਸ ਦੀ ਤਰ੍ਹਾਂ, ਠੰਡੀ ਰਾਖ 'ਚੋਂ ਜਿਉਂਦਾ ਜਾਗਦਾ ਜੁਗਨੂ ਦੀ ਤਰ੍ਹਾਂ ਟਿਮਟਿਮਾਂਦਾ ਬਾਹਰ ਨਿਕਲ ਆਉਂਦਾ। ਪਰ ਐਸਾ ਹੋਇਆ ਨਹੀਂ। ਬਸ ਅੱਜ ਤੇ ਉਸ ਦੇ ਮੁਲਕ ਕੋਲ ਆਖੇ ਤੇ ਦੁਸ਼ਮਣ ਕੋਲ ਮੰਜ਼ਰ। ਹੁਣ ਦੁਸ਼ਮਣ ਜੋ ਚਾਹੇਗਾ ਕਰੇਗਾ। ਲੋਕਾਂ ਨੂੰ ਵਕਤ ਦੇ ਹੱਥੋਂ ਹਲਾਲ ਹੋਣਾ ਪਵੇਗਾ। ਜਿੱਥੋਂ ਤੱਕ ਅਸਮਾਨ ਫੈਲਿਆ ਖਾਕ ਹੋਣਾ ਪਵੇਗਾ। ਹੁਣ ਸੋਚਣ ਨਾਲ ਕੀ, ਜੋ ਹੋਵੇਗਾ ਵੇਖਿਆ ਜਾਏਗਾ। ਦਾਨਿਸ਼
ਸੋਚਦਾ ਹੈ ਰਸਤੇ 'ਚ ਰੁਕੇ ਕਿ ਘਰ ਜਾਏ, ਜਾਂ ਇਹੀ ਸੋਚ ਕੇ ਰਸਤੇ 'ਚ ਮਰ ਜਾਏ। ਇਹ ਸੋਚਣਾ ਪਰ ਸੀ ਕਿ ਟਰੱਕ ਝਟਕੇ ਨਾਲ ਰੁਕਿਆ। ਪਤਾ ਚੱਲਿਆ ਉਹ ਅਰਬਿਲ ਪਹੁੰਚ ਗਿਆ ਏ। ਮੀਸੋਪੋਟਾਮੀਆ 'ਚ ਨਵੇਂ ਚੰਦ ਦੀ ਰਾਤ, ਅਸਮਾਨ 'ਚ ਭਜਦੇ ਬੱਦਲਾਂ 'ਚ ਕਿਤੇ ਕਿਤੇ ਪਤਲੀ ਫਾਂਕ ਵਾਲਾ ਚੰਨ ਅਸਮਾਨੋਂ ਉਤਰ ਕੇ ਆਇਆ। ਉਸਦੇ ਚਿਹਰੇ ਨੂੰ ਛੋਹ ਕੇ ਫਿਰ ਕਿਤੇ ਬੱਦਲਾਂ 'ਚ ਗਾਇਬ ਹੋ ਗਿਆ। ਉਹ ਫੌਜੀ ਟ੍ਰੇਨਿੰਗ ਕੈਂਪ ਕਿਲੇ ਕੋਲ ਰੁਕ ਕੇ ਕਿਲੇ ਦੀਆਂ ਕੰਧਾਂ ਤੇ ਸਦੀਆਂ ਦੀ ਗਰਦ ਦੀ ਪਰਤ ਦਰ ਪਰਤ ਅਤੇ ਰੁਕੇ ਰੁਕੇ ਵਕਤ ਨੂੰ ਵੇਖਦਾ ਰਿਹਾ। ਗੇਟ ਦੇ ਗਿਰਦ ਅਲਾਵ ਕੋਲ ਜੁੜੇ ਬੱਤਿਆਂ ਦੇ ਲੋਕਾਂ ਦੇ ਕੋਲੋਂ ਲੰਘ ਕੇ ਗੋਰਾ ਗਾਂਵ ਬਾਰੇ ਸੋਚਣ ਲੱਗਾ, ਜਿੱਥੇ ਕਾਲਜ ਯੂਨੀਵਰਸਿਟੀ ਦੇ ਦਿਨਾਂ 'ਚ ਉਹ ਅਕਸਰ ਜਾਇਆ ਕਰਦਾ ਸੀ ਅਤੇ ਜਿੱਥੇ ਆਸਾਨੀ ਨਾਲ ਅਮਰੀਕੀ ਸ਼ਰਾਬ ਤੇ ਈਸਾਈ ਕੁੜੀਆਂ ਮਿਲ ਜਾਂਦੀਆਂ। ਨਜ਼ਦੀਕ ਹੀ ਸ਼ਕਲਾਵਾ ਸੀ ਯਹੂਦੀ ਪਿੰਡ, ਪਰ ਇਸ ਵੇਲੇ ਉਹ ਡਿਮਡਿਮ ਜਾਣਾ ਚਾਹੁੰਦਾ ਸੀ, ਜਿੱਥੇ ਉਸ ਨੂੰ ਕੰਮ ਮਿਲਣ ਦੀ ਉਮੀਦ ਸੀ। ਡਿਮਡਿਮ 5 ਸਟਾਰ ਹੋਟਲ ਦੀ ਛੱਤ ਤੇ ਵੱਡੀ ਸੈਟੇਲਾਈਟ ਡਿਸ਼, ਲੌਬੀ ਵਿੱਚ CNN, ਫੋਕਸ, BBC, ਅਲ ਜਜ਼ੀਰਾ, ਅਲ ਅਰੇਬੀਆ, ਸੀਰੀਅਲ ਸਟੇਟ TV, ਲੈਬਨਾਨ ਦੀ MBC, ਦੁਨੀਆ ਭਰ ਦੇ ਰਿਪੋਰਟਰ ਜੁੜੇ ਹੋਏ ਸਨ, ਜੋ ਚਾਹ ਦੀਆਂ ਚੁਸਕੀਆਂ ਦੇ ਨਾਲ ਧੜਾ-ਧੜ ਖਬਰਾਂ, ਫੈਕਸ, ਮੇਲ ਤੇ ਰਿਲੇ ਕਰ ਰਹੇ ਸਨ। ਇੱਕ ਅਮਰੀਕੀ ਜਾਨ ਡੇਵਿਡ ਨਾਲ ਦਾਨਿਸ਼ ਦੀ ਅੱਧਾ ਪੌਣਾ ਘੰਟਾ ਗੱਲ ਹੋਈ। ਅਮਰੀਕੀ ਡਾਲਰਾਂ ਦੇ ਇਵਜ਼ ਵਿੱਚ ਅੰਦਰੂਨੀ ਸ਼ਹਿਰ ਦੀ ਰਿਪੋਰਟਿੰਗ ਕਰਨਾ ਤੈਅ ਹੋਇਆ। ਉਸ ਨੂੰ ਕੰਮ ਮਿਲ ਗਿਆ। ਅੰਦਰੂਨੀ ਸ਼ਹਿਰ ਜੋ ਇਸ ਵੇਲੇ ਤੂੰ ਕਰਕੇ ਬਲ ਰਿਹਾ ਸੀ। ਕੀ ਸਰਕਾਰੀ ਇਮਾਰਤਾਂ, ਕੀ ਸਕੂਲ, ਕੀ ਦੁਕਾਨ, ਕੀ ਬਸਤੀਆਂ, ਕੀ ਕੁਦਰਤੀ ਗੈਸ ਦੇ ਜ਼ਖੀਰੇ, ਕੀ ਇਰਾਕੀ ਦਿਨਾਰ। ਸ਼ਹਿਰ ਦੇ ਅੰਦਰ ਹਰ ਤਰਫ ਅੱਗ ਹੀ ਅੱਗ ਤੇ ਬੁਝਾਉਣ ਵਾਲਾ ਕੋਈ ਨਹੀਂ। ਸ਼ਹਿਰ ਦੀਆਂ ਕੰਧਾਂ ਥਰਥਰਾ ਰਹੀਆਂ, ਮਸਜਿਦਾਂ ਮਿਸਮਾਰ ਹੋ ਰਹੀਆਂ, ਪਰ ਰੁਕਣ ਵਾਲਾ ਕੋਈ ਨਹੀਂ। ਹਰ ਤਰਫ ਅੰਧਾਧੁੰਦ ਮਾਰ ਤਾੜ, ਬੌਖਲਾਹਟ, ਸਮੂਹਿਕ ਹੱਤਿਆਵਾਂ, ਹਿੰਸਾ, ਬਲਾਤਕਾਰ, ਅਪਹਰਨ, ਧੂੜ, ਧੂੰਆਂ, ਹਾਹਾਕਾਰ, ਕੋਹਰਾਮ, ਭਿਅੰਕਰ ਆਵਾਜ਼ਾਂ। ਪੂਰਾ ਮਾਹੌਲ ਦਹਿਸ਼ਤ ਜ਼ਦਾ, ਹੰਗਾਮੇ, ਬਦਅਮਨੀ, ਚੀਖਾਂ, ਚਿਲਾਹਟਾਂ, ਕਹਿਰ। ਸੜਕਾਂ ਉੱਤੇ ਲੋਕਾਂ ਦੀ ਭੀੜ, ਹਾਈਵੇ ਤੇ ਟ੍ਰੈਫਿਕ ਜਾਮ। ਅਰਬਿਲ ਦੇ ਅਸਮਾਨ ਤੇ ਅਮਰੀਕੀ ਬੰਬਾਰੀ, ਮਿਸਾਈਲੀ ਹਮਲੇ, ਸ਼ੈਲਿੰਗ, ਕਾਊਂਟਰ ਸ਼ੈਲਿੰਗ, ਧੂਏ ਦੇ ਬੱਦਲ ਮੀਨਾਰਾਂ ਦੀ ਸ਼ਕਲ 'ਚ ਉੱਪਰ ਉੱਠਦੇ। ਸ਼ਹਿਰ ਦੇ ਬਾਹਰ ਅਰਧ ਜੀਵਿਤ ਮ੍ਰਿਦ ਦੇਹਾਂ, ਕੀੜੇ ਪਈਆਂ ਲਿਜ਼ਾਂਦੀਆਂ ਲਾਸ਼ਾਂ ਦੀ ਇੰਤਜ਼ਾਰ ਵਿੱਚ ਬੈਠੇ ਲਾਵਾਰਿਸ ਕੁੱਤੇ, ਲੱਕੜ ਬੱਗੇ ਅਤੇ ਸੜੇ ਗੋਸ਼ਤ ਦੀ ਬਦਬੂ ਤੋਂ ਬੇਜ਼ਾਰ ਮੁਲਕ ਛੱਡ ਕੇ ਜਾ ਰਹੇ ਪੰਛੀ ਤੇ ਜਨੌਰ। ਆਪਣੇ ਆਸ-ਪਾਸ ਗੈਰ ਕੁਦਰਤੀ ਮੌਤਾਂ, ਸੈਂਕੜੇ ਹਜ਼ਾਰਾਂ ਲੱਖਾਂ ਅੱਖਾਂ ਨੂੰ ਇੱਕ ਪਲ ਝਪਕਦਿਆਂ ਦੂਜੇ ਨਾਲ ਬੁਝਦਿਆਂ ਵੇਖ ਕੇ ਸਾਡੀ ਕਹਾਣੀ ਦਾ ਹੀਰੋ ਦਾਨਿਸ਼ 2 ਦਿਨਾਂ 'ਚ ਹੀ ਜਾਣ ਗਿਆ ਕਿ ਇਹ ਦੁਨੀਆ ਉਹਦੇ ਰਹਿਣ ਦੇ ਲਾਇਕ ਨਹੀਂ ਰਹੀ। ਜ਼ਿੰਦਗੀ, ਪਿਆਰ, ਖੂਬਸੂਰਤੀ ਦੇ ਕੰਮ ਦੀ ਤਲਾਸ਼ 'ਚ ਨਿਕਲਿਆ। ਆਪਣੇ ਮੁਲਕ ਦੀ ਤਹਿਜ਼ੀਬ ਤਬਾਹ ਹੁੰਦਿਆਂ ਅਤੇ ਫਟ ਰਹੀ ਧਰਤੀ ਦੀਆਂ ਧਮਨੀਆਂ ਵਿੱਚੋਂ ਖੂਨ ਰਿਸਦਿਆਂ ਵੇਖ ਕੇ ਉਹ ਡੋਰ-ਪੋਰ ਹੋ ਗਿਆ। ਜਮਹੂਰੀਅਤ ਬਿਲਡਿੰਗ ਵਿੱਚ ਆਪਣੀ ਆਖਰੀ ਰਿਪੋਰਟਿੰਗ ਵਿੱਚ ਉਸਨੇ ਇੰਨਾ ਹੀ ਆਖਿਆ, ਇਹ ਇੱਕ ਖੁੱਲ੍ਹੇਆਮ ਮੀਡੀਆ ਜੰਗ ਹੈ। ਇਸ ਪਾਵਰ ਡਰਾਮੇ ਦਾ ਪਲਾਟ ਵਾਈਟ ਹਾਊਸ ਵਿੱਚ ਲਿਖਿਆ ਗਿਆ ਹੈ ਅਤੇ ਇਹ ਡਰਾਮਾ ਬਗਦਾਦ, ਮੌਸੂਲ ਤੇ ਅਰਬਿਲ ਦੀਆਂ ਸੜਕਾਂ ਤੋਂ ਇਲਾਵਾ TV ਤੇ ਖੇਡਿਆ ਜਾ ਰਿਹਾ ਹੈ। ਦੁਨੀਆ ਨੂੰ ਦਿਖਾਇਆ ਜਾ ਰਿਹਾ ਹੈ ਕਿ ਅਸੀਂ ਆਪਣੀ ਤਹਿਜ਼ੀਬ ਦੇ ਪੈਰੋਕਾਰ ਨਹੀਂ, ਆਪਣੇ ਹੀ ਮੁਲਕ ਦੇ ਮਾਲ ਦੇ ਲੁਟੇਰੇ ਹਾਂ। ਇੰਨਾ ਕਹਿਣ ਦੀ ਦੇਰ ਸੀ ਕਿ ਇੱਕ ਗੋਲੀ ਠਾ ਕਰਦੀ ਉਸ ਦੇ ਸੱਜੇ ਗੁਰਦੇ ਵਿੱਚੋਂ ਹੋ ਕੇ ਖੱਬੇ ਫੇਫੜੇ ਤੋਂ ਹੁੰਦੀ ਹੋਈ ਬਾਹਰ ਨਿਕਲ ਗਈ। ਖੂਨ ਨਾਲ ਲੱਥ-ਪੱਥ ਕਾਇਆ, ਅੱਖਾਂ ਅੱਗੇ ਹਨੇਰਾ, ਹੱਥ 'ਚੋਂ ਕੈਮਰਾ, ਸੈਲੂਲਰ ਫੋਨ ਤੇ ਕਾਗਜ਼ਾਂ ਦਾ ਪੁਲੰਦਾ ਸਰਕ ਗਿਆ। ਆਖਰੀ ਹਿਚਕੀ ਤੇ ਬੰਦਾ ਹੋ ਗਿਆ। ਡੁੱਬਦੇ ਸੂਰਜ ਦੀ ਨਵਾਜ਼ ਨਾਲ ਦੁਨੀਆ ਨੇ ਉਸ ਨੂੰ ਅਲਵਿਦਾ ਕਿਹਾ। ਉਸ ਦੀਆਂ ਅੱਖਾਂ ਦੇ ਅਥਰੂ ਓਸ ਬਣ ਕੇ ਧਰਤੀ ਤੇ ਛਲਕ ਗਏ। ਉਸ ਦੇ ਉਜਲੇ ਵਿਚਾਰ ਸਫੈਦ ਕਬੂਤਰਾਂ ਦੀ ਸ਼ਕਲ 'ਚ ਉੱਪਰ ਉੱਡ ਗਏ। ਐਸੇ ਮਰੀਹਲ ਲਮੇ ਵਿੱਚ ਪੁਲਿਸ ਕਾਂਸਟੇਬਲ ਨੇ ਸੀਟੀ ਮਾਰ ਕੇ ਯਾਦ ਦਹਾਨੀ ਕੀਤੀ ਕਿ ਕਰਫਿਊ ਜਾਰੀ ਹੈ ਅਤੇ ਹਾਲੇ ਹਾਲਾਤ ਦਾ ਮਾਮੂਲ ਤੇ ਆਉਣਾ ਮੁਮਕਿਨ ਨਹੀਂ। ਥੈਂਕ ਯੂ।